नमस्ते बच्चों, स्वागत है ਤੁਹਾਡਾ ਜਮਾਤ 9ਵੀਂ ਚ। ਮੈਂ ਸੁਨੀਤਾ ਰਾਣੀ ਅੱਜ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਗੁਰਮੁਖ ਸਿੰਘ ਜੀ ਦੁਆਰਾ ਲਿਖੀ ਹੋਈ ਕਵਿਤਾ ਕੀੜੀ ਅਤੇ ਅਰਦਾਸ। ਲੇਕਿਨ ਉਸ ਤੋਂ ਪਹਿਲਾਂ ਕਵੀ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈ ਲੈਂਦੇ ਹਾਂ। ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦਾ ਜਨਮ 15 ਜਨਵਰੀ 1899 ਈਸਵੀ ਵਿੱਚ ਭਾਈ ਸੁਜਾਨ ਸਿੰਘ ਦੇ ਘਰ ਪਿੰਡ ਅਧਵਾਲ ਜ਼ਿਲ੍ਹਾ ਕੈਂਬਲਪੁਰ ਵਿੱਚ ਹੋਇਆ। ਕੁਝ ਦੇਰ ਮਾਸਟਰੀ ਕੀਤੀ। 1922 ਈਸਵੀ ਵਿੱਚ ਅਕਾਲੀ ਲਹਿਰ ਅਤੇ ਫਿਰ ਕਾਂਗਰਸ ਲਹਿਰ ਵਿੱਚ ਸ਼ਾਮਲ ਹੋਈ। ਦੇਸ਼ ਦੀ ਆਜ਼ਾਦੀ ਲਈ ਲੜਦਿਆਂ ਜੇਲ੍ਹਾਂ ਕੱਟੀਆਂ। ਆਜ਼ਾਦ ਭਾਰਤ ਵਿੱਚ ਉਹ ਲੋਕ ਸਭਾ ਦੇ ਮੈਂਬਰ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ। ਗਿਆਨੀ ਗੁਰਮੁਖ ਸਿੰਘ ਮੁਸਾਫਿਰ ਹੋਰਾਂ ਦੀ ਆਰੰਭਿਕ ਕਵਿਤਾ ਧਾਰਮਿਕ ਹੈ ਅਤੇ ਦੇਸ਼ ਭਗਤੀ ਦਾ ਅੰਸ਼ ਵੀ ਵਧੇਰੇ ਹੈ। ਇਹਨਾਂ ਦੀ ਬਹੁਤੀ ਸਾਹਿਤਕ ਰਚਨਾ ਜੇਲ੍ਹ ਸਮੇਂ ਦੀ ਹੈ। ਆਪ ਨੇ ਕਵਿਤਾ ਤੋਂ ਛੁੱਟ ਕਹਾਣੀਆਂ ਅਤੇ ਵਿਚਾਰ ਭਰਪੂਰ ਵਾਰਤਕ ਵੀ ਰਚੀ। ਇਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਇਹ ਹਨ: ਪ੍ਰੇਮਬਾਨ, ਜੀਵਨ ਪਨ, ਮੁਸਾਫਰੀਆਂ, ਸਸਤਾ ਤਮਾਸ਼ਾ, ਗੁਟਾਰ, ਗਾਂਧੀ ਗੀਤਾ ਆਦਿ। ਅਤੇ ਚਲੋ ਹੁਣ ਬੱਚੋ ਆਪਾਂ ਕਰਦੇ ਹਾਂ ਇਹਨਾਂ ਦੁਆਰਾ ਲਿਖੀ ਹੋਈ ਕਵਿਤਾ ਕੀੜੀ। ਇੱਕ ਜਿਹੜੀ ਕਵਿਤਾ ਹੈ ਸਾਨੂੰ ਬਹੁਤ ਹੀ ਸੁੰਦਰ ਮੈਸੇਜ ਦਿੰਦੀ ਹੈ, ਬਹੁਤ ਹੀ ਸੁੰਦਰ ਸੁਨੇਹਾ ਦਿੰਦੀ ਹੈ। ਅਤੇ ਉਹ ਸੁਨੇਹਾ ਕੀ ਹੈ ਕਿ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੀ ਮੰਜ਼ਿਲ ਨੂੰ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਜਿਹੜਾ ਨਿਸ਼ਾਨਾ ਹੈ ਉਸ ਵੱਲ ਹੀ ਆਪਣਾ ਧਿਆਨ ਜਿਹੜਾ ਹੈ ਕੇਂਦਰਿਤ ਰੱਖਣਾ ਹੋਏਗਾ ਅਤੇ ਬੜੇ ਹੀ ਸੰਜਮ ਦੇ ਨਾਲ ਉਸ ਆਪਣੇ ਟੀਚੇ ਵੱਲ ਜਿਹੜਾ ਹੈ ਸਾਨੂੰ ਆਰਾਮ ਨਾਲ ਜਿਹੜਾ ਹੈ ਅੰਤ ਤੱਕ ਪ੍ਰਯਾਸ ਕਰਦੇ ਹੋਏ ਅੱਗੇ ਹੀ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਤਾਂ ਹੀ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ ਅਤੇ ਆਪਣੀ ਜ਼ਿੰਦਗੀ ਨੂੰ ਆਸਾਨ ਕਰ ਸਕਦੇ ਹਾਂ। ਤਾਂ ਚਲੋ ਬੱਚੋ ਕਰਦੇ ਹਾਂ। ਵੱਧਦੀ ਜਾਵੇ ਤਾਂ ਕਿਸੇ ਵਿੱਚ ਵੱਧਦੀ ਜਾਵੇ। ਕਵੀ ਲਿਖਦਾ ਹੈ ਕਿ ਕੀੜੀ ਅੱਗੇ ਹੀ ਅੱਗੇ ਤੁਰਦੀ ਜਾਂਦੀ ਹੈ। ਉਹ ਕਿਸੇ ਚੀਜ਼ ਦੀ ਪ੍ਰਾਪਤੀ ਦੀ ਤਾਂਘ ਵਿੱਚ ਅੱਗੇ ਹੀ ਅੱਗੇ ਵੱਧਦੀ ਹੈ। ਕਿੱਧਰੋਂ ਭਿਣਕ ਪਈ ਭੌਰੇ ਦੀ, ਇੱਕ ਦੂਜੀ ਨੂੰ ਖਬਰ ਪਹੁੰਚਾਵੇ, ਵੱਧਦੀ ਜਾਵੇ। ਜੇਕਰ ਉਸਨੂੰ ਕਿਸੇ ਪਾਸਿਓਂ ਅੰਨ ਦੇ ਕਿਣਕੇ ਦੀ ਸੂਹ ਲੱਗ ਜਾਵੇ ਤਾਂ ਇਹ ਕੀੜੀ ਝਟਪਟ ਦੂਜੀ ਤੱਕ ਖਬਰ ਪਹੁੰਚਾ ਦਿੰਦੀ ਹੈ। ਆਪਣੀ ਧੁਨ ਵਿੱਚ ਮਸਤੀ ਅੰਦਰ ਨਹੀਂ ਛੱਡਦੀ ਉੱਦਮ ਦੀ ਵਾਦੀ। ਔਖੀ ਹੋ ਸੌਖੀ ਹੋ ਜਾਵੇ, ਵੱਧਦੀ ਜਾਵੇ। ਉਹ ਆਪਣੀ ਲਗਨ ਅਤੇ ਮਸਤੀ ਵਿੱਚ ਤੁਰਦੀ ਹੋਈ ਲਗਾਤਾਰ ਉੱਦਮ ਵਿੱਚ ਜੁਟੇ ਰਹਿਣ ਦੇ ਆਪਣੇ ਸੁਭਾਅ ਨੂੰ ਨਹੀਂ ਛੱਡਦੀ। ਇਸ ਤਰ੍ਹਾਂ ਉੱਦਮ ਕਰਦਿਆਂ ਭਾਵੇਂ ਉਸ ਨੂੰ ਪਹਿਲਾਂ ਔਖਾ ਹੋਣਾ ਪੈਂਦਾ ਹੈ, ਪਰ ਬਾਅਦ ਵਿੱਚ ਉੱਦਮ ਹੀ ਉਸ ਨੂੰ ਸੁੱਖ ਦਿੰਦਾ ਹੈ। ਔੜ ਸੋੜ ਲਈ ਕਰੇ ਤਿਆਰੀ, ਕੀੜੀ ਨੂੰ ਵੀ ਜਾਨ ਪਿਆਰੀ। ਔੜ ਸੋੜ ਦਾ ਮਤਲਬ ਹੁੰਦਾ ਹੈ ਔਖਾ ਸਮਾਂ। ਜਿਹੜੀ ਕੀੜੀ ਹੈ ਉਹ ਲਗਾਤਾਰ ਉੱਦਮ ਵਿੱਚ ਜੁਟੀ ਹੋਈ ਹੈ ਅਤੇ ਔਖੇ ਸਮਿਆਂ ਦੀ ਅਰਥਾਤ ਸਰਦੀ ਦੀ ਰੁੱਤ ਲਈ ਅੰਨ ਦਾ ਭੰਡਾਰ ਜਿਹੜਾ ਹੈ ਜਮ੍ਹਾਂ ਕਰਨ ਲਈ ਲੱਗੀ ਰਹਿੰਦੀ ਹੈ। ਤੁਰਿਆ ਰਹਿਣਾ, ਹੌਲੀ ਪਰ ਹਫਨਾ ਨਹੀਂ ਬਹਿਣਾ। ਕੀੜੀ ਜਿਹੜੀ ਆਪਣੇ ਮੰਜ਼ਿਲ ਨੂੰ ਪ੍ਰਾਪਤ ਕਰਨਾ, ਕੀੜੀ ਦਾ ਇੱਕ ਜਿਹੜਾ ਹੈ ਫੋਕਸ ਹੈ ਉਸਦਾ ਆਪਣੇ ਮੰਜ਼ਿਲ ਵੱਲ, ਤਾਂ ਉਸ ਦੇ ਲਈ ਉਹ ਕਰਦੀ ਕੀ ਹੈ ਕਿ ਉਹ ਹੌਲੀ ਹੌਲੀ ਆਪਣੀ ਮੰਜ਼ਿਲ ਵੱਲ ਵੱਧਦੀ ਹੈ। ਔਰ ਉਸਦੀ ਮੰਜ਼ਿਲ ਕੀ ਹੈ ਕਿ ਹੌਲੀ ਹੌਲੀ ਅਨਾਜ ਦੇ ਦਾਣਿਆਂ ਨੂੰ ਇਕੱਠਾ ਕਰਨਾ ਸਰਦੀ ਦੀ ਰੁੱਤ ਦੇ ਵਾਸਤੇ। ਹੌਲੀ ਪਰ ਹਫਨਾ ਨਹੀਂ ਬਹਿਣਾ। ਹੁਣ ਉਹ ਸਾਨੂੰ ਸੰਦੇਸ਼ ਦਿੰਦੀ ਹੈ ਕਿ ਜਦੋਂ ਅਸੀਂ ਆਪਣੀ ਮੰਜ਼ਿਲ ਵੱਲ ਜਾਣਾ ਹੈ ਤਾਂ ਸਾਨੂੰ ਸੰਜਮ ਦੀ ਵਰਤੋਂ ਕਰਨੀ ਚਾਹੀਦੀ ਹੈ, ਸਾਨੂੰ ਕਾਹਲ ਨਹੀਂ ਕਰਨੀ ਚਾਹੀਦੀ, ਕਿਉਂਕਿ ਜੇ ਅਸੀਂ ਕਾਹਲ ਕਰਾਂਗੇ ਤਾਂ ਸਾਡੇ ਤੋਂ ਗਲਤੀ ਹੋ ਜਾਏਗੀ, ਅਸੀਂ ਥੱਕ ਜਾਵਾਂਗੇ ਅਤੇ ਬਹਿ ਜਾਵਾਂਗੇ। ਅਤੇ ਜਦੋਂ ਅਸੀਂ ਆਪਣੇ ਮੰਜ਼ਿਲ ਵੱਲ ਵੱਧਣੋਂ ਹਟ ਜਾਂਦੇ ਹਾਂ ਜਾਂ ਰੁਕ ਜਾਂਦੇ ਹਾਂ ਜਾਂ ਕਿਤੇ ਆਰਾਮ ਕਰਨਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਆਪਣੀ ਮੰਜ਼ਿਲ ਦੀ ਪ੍ਰਾਪਤੀ ਦੇ ਵਿੱਚ ਬਹੁਤ ਹੀ ਜ਼ਿਆਦਾ ਦੇਰ ਹੋ ਜਾਂਦੀ ਹੈ। ਬਹੁਤ ਹੀ ਤੇਜ਼ੀ ਬਹੁਤ ਥਕਾਵੇ। ਜੇਕਰ ਅਸੀਂ ਬਹੁਤ ਤੇਜ਼ ਚੱਲਾਂਗੇ ਤਾਂ ਅਸੀਂ ਥੱਕ ਜਾਵਾਂਗੇ। ਹੁੱਟਿਆਂ ਮੰਜ਼ਿਲ ਦੌੜ ਦਿਸਾਵੇ। ਅਤੇ ਜਦੋਂ ਅਸੀਂ ਥੱਕ ਜਾਵਾਂਗੇ ਤਾਂ ਥੱਕਾ ਹੋਇਆ ਇਨਸਾਨ ਆਪਣੀ ਮੰਜ਼ਿਲ ਵੱਲ ਹੋਰ ਜ਼ਿਆਦਾ ਦੂਰ ਤੱਕ ਨਹੀਂ ਚੱਲ ਸਕਦਾ ਅਤੇ ਉਸਨੂੰ ਆਪਣੀ ਮੰਜ਼ਿਲ ਜਿਹੜੀ ਹੈ ਉਹ ਬਹੁਤ ਦੂਰ ਲੱਗਣ ਲੱਗ ਜਾਂਦੀ ਹੈ। ਹੌਲੀ ਹੌਲੀ ਤੁਰਦੀ ਜਾਂਦੀ। ਇਸ ਤਰ੍ਹਾਂ ਕੀੜੀ ਜਿਹੜੀ ਹੈ ਉਹ ਬਿਲਕੁਲ ਸੰਜਮ ਦੇ ਨਾਲ ਹੌਲੀ ਹੌਲੀ ਆਪਣੀ ਮੰਜ਼ਿਲ ਦੇ ਵੱਲ ਵੱਧਦੀ ਜਾਂਦੀ ਹੈ ਅਤੇ ਕਿਤੇ ਵੀ ਨਹੀਂ ਰੁਕਦੀ। ਧੁਨ ਦੇ ਪੱਕੇ ਧੀਰਜ ਵਾਲੇ, ਤੋਰ ਨਾ ਛੱਡਣ ਪੈਰ ਨਾ ਕਾਲੇ। ਜਿਹੜੇ ਧੁਨ ਦੇ ਪੱਕੇ ਹੁੰਦੇ ਹੈ ਅਤੇ ਸੰਜਮ ਰੱਖਣ ਵਾਲੇ ਹੁੰਦੇ ਆ, ਧੀਰਜ ਵਾਲੇ ਲੋਕ ਹੁੰਦੇ ਆ, ਜਿਨ੍ਹਾਂ ਨੇ ਆਪਣੀ ਮੰਜ਼ਿਲ ਦੀ ਪ੍ਰਾਪਤੀ ਕਰਨੀ ਹੁੰਦੀ ਹੈ ਅਤੇ ਉਹਨਾਂ ਨੇ ਨਿਸ਼ਚਾ ਕਰ ਲਿਆ ਕਿ ਉਹ ਆਪਣੇ ਕਦਮ ਜਿਹੜੇ ਹੈ ਪਿੱਛੇ ਨਹੀਂ ਹਟਾਉਣਗੇ। ਉਹ ਕਦੇ ਵੀ ਤੁਰਨਾ ਨਹੀਂ ਛੱਡਦੇ ਅਤੇ ਨਾ ਹੀ ਉਹ ਕਦੇ ਕਾਹਲੇ ਪੈਂਦੇ ਹਨ। ਨਦੀਆਂ ਚਾਲ ਗੰਭੀਰ ਚੱਲਦੀਆਂ,
ਸ਼ਉ ਸਾਗਰ ਵਿੱਚ ਜਾ ਰਲਦੀਆਂ। ਜਿਸ ਤਰ੍ਹਾਂ ਨਦੀਆਂ ਬੜੀ ਗੰਭੀਰ ਚਾਲ ਚੱਲਦੀਆਂ ਹਨ ਅਤੇ ਅੰਤ ਵਿੱਚ ਜਾ ਕੇ ਉਹ ਵੱਡੇ ਸਾਗਰ ਦੇ ਵਿੱਚ ਮਿਲ ਜਾਂਦੀਆਂ ਹਨ। ਥੰਮਣਾ ਰੁਕਣਾ ਮੌਤ ਨਿਸ਼ਾਨੀ। ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਥੰਮ ਜਾਂਦੇ ਹਾਂ ਅਰਥਾਤ ਰੁਕ ਜਾਂਦੇ ਹਾਂ ਤਾਂ ਸਾਡੀ ਜ਼ਿੰਦਗੀ ਮੌਤ ਦੇ ਸਮਾਨ ਹੁੰਦੀ ਹੈ। ਉਹ ਜ਼ਿੰਦਗੀ ਨਹੀਂ ਰਹਿੰਦੀ ਬਲਕਿ ਇੱਕ ਮੌਤ ਹੋ ਜਾਂਦੀ ਹੈ। ਗਏ ਸੜਾਂਦ ਖੜੋਤਾ ਪਾਣੀ। ਸਾਡੀ ਜ਼ਿੰਦਗੀ ਉਸ ਤਰ੍ਹਾਂ ਜਿਹੜੀ ਹੈ ਬੇਕਾਰ ਹੋ ਜਾਂਦੀ ਹੈ ਜਿਸ ਤਰ੍ਹਾਂ ਖੜਾ ਹੋਇਆ ਪਾਣੀ ਦੇ ਵਿੱਚ ਸੜਾਂਦ ਆਉਂਦੀ ਹੈ, ਤੁਰਦੀ ਜਾਂਦੀ। ਇਸ ਲਈ ਕਵੀ ਕੀੜੀ ਦੇ ਮਾਧਿਅਮ ਨਾਲ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਨੂੰ ਹਮੇਸ਼ਾ ਆਪਣੀ ਮੰਜ਼ਿਲ ਦੇ ਵੱਲ ਤੁਰਦੇ ਜਾਣਾ ਚਾਹੀਦਾ ਹੈ। ਸਾਨੂੰ ਕਦੇ ਵੀ ਕਾਹਲ ਨਹੀਂ ਕਰਨੀ ਚਾਹੀਦੀ, ਸੰਜਮ ਵਰਤਣਾ ਚਾਹੀਦਾ ਹੈ ਅਤੇ ਇਹ ਨਿਸ਼ਚਾ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਣਾ ਹੈ। ਉਸ ਦੇ ਲਈ ਸਾਨੂੰ ਹੌਲੀ ਹੌਲੀ ਜਿਹੜਾ ਹੈ ਉਸ ਮੰਜ਼ਿਲ ਤੱਕ ਅਣਥੱਕ ਪ੍ਰਯਾਸ ਕਰਦੇ ਹੋਏ ਚੱਲਦੇ ਜਾਣਾ ਚਾਹੀਦਾ ਹੈ। ਇੱਕ ਦੂਜੇ ਨੂੰ ਨਾਲ ਰਲਾਉਂਦੀ, ਇੱਕ ਇੱਧਰੋਂ ਇੱਕ ਅੱਗੋਂ ਆਵੇ, ਇੱਕ ਦੂਜੇ ਨੂੰ ਨਾ ਟਕਰਾਵੇ, ਵੱਧਦੀ ਜਾਵੇ। ਇਸ ਤਰ੍ਹਾਂ ਜਿਹੜੀ ਕੀੜੀ ਹੈ ਆਪਣੀ ਮੰਜ਼ਿਲ ਵੱਲ ਵੱਧਦੀ ਹੀ ਜਾਂਦੀ ਹੈ। ਭਾਵ ਉਹ ਦਾਣਿਆਂ ਨੂੰ ਇਕੱਠਾ ਕਰਨ ਦੇ ਲਈ, ਅਨਾਜ ਨੂੰ ਇਕੱਠਾ ਕਰਨ ਦੇ ਲਈ ਅਣਥੱਕ ਮਿਹਨਤ ਕਰਦੀ ਰਹਿੰਦੀ ਹੈ। ਇੱਕ ਇੱਧਰੋਂ ਆਉਂਦੀ ਹੈ ਅਤੇ ਦੂਜੀ ਅੱਗੋਂ ਆ ਜਾਂਦੀ ਹੈ, ਲੇਕਿਨ ਉਹ ਇਸ ਤਰ੍ਹਾਂ ਇੱਕ ਦੂਜੇ ਨਾਲ ਟਕਰਾਉਂਦੀਆਂ ਨਹੀਂ ਹੈ ਬਲਕਿ ਇੱਕ ਦੂਜੇ ਦੇ ਨਾਲ ਰਲ ਜਾਂਦੀਆਂ ਹਨ। ਵੱਧਦੀ ਜਾਵੇ ਅਤੇ ਇਸ ਤਰ੍ਹਾਂ ਉਹ ਇੱਕ ਦੂਜੇ ਨਾਲ ਰਲ ਕੇ ਅੱਗੇ ਵੱਧਦੀਆਂ ਜਾਂਦੀਆਂ ਹਨ। ਜੇ ਹੱਥ ਆਇਆ ਭਾਰਾ ਦਾਣਾ, ਚਵਾਰੇ ਰਲ ਮਿਲ ਕੇ ਜਾਣਾ। ਇੱਕ ਢੂੰਡੇ ਇੱਕ ਚੁੱਕ ਲਿਆਵੇ, ਅਗਲੀ ਤੀਕ ਪਹੁੰਚਾਵੇ। ਇੱਕ ਦੇ ਪਿੱਛੇ ਇੱਕ ਤੁਰੰਦੇ, ਮਿਲਵਾ ਉੱਤਮ ਜਥੇਬੰਦੀ। ਜਦੋਂ ਕੀੜੀਆਂ ਇਕੱਠਾ ਤੁਰਦੀਆਂ ਹਨ ਤਾਂ ਅਸੀਂ ਦੇਖਦੇ ਹਾਂ ਕਿ ਹਰ ਤੁਰਦੀ ਹੋਈ ਕੀੜੀ ਆਪਣੀ ਦੂਜੀ ਸਾਥਣ ਨੂੰ ਪਿੱਛੇ ਨਹੀਂ ਛੱਡਦੀ, ਸਗੋਂ ਉਸ ਨੂੰ ਵੀ ਨਾਲ ਰਲਾ ਲੈਂਦੀ ਹੈ। ਇੱਕ ਇੱਧਰੋਂ ਆਉਂਦੀ ਹੈ ਅਤੇ ਦੂਜੀ ਉੱਧਰੋਂ, ਪਰ ਫਿਰ ਵੀ ਉਹ ਇੱਕ ਦੂਜੇ ਨੂੰ ਟੱਕਰ ਨਹੀਂ ਮਾਰਦੀਆਂ। ਇਸ ਪ੍ਰਕਾਰ ਹਰ ਕੀੜੀ ਅੱਗੇ ਵੱਧਦੀ ਜਾਂਦੀ ਹੈ। ਜੇਕਰ ਕਿਤੇ ਕੋਈ ਭਾਰਾ ਦਾਣਾ ਹੱਥ ਲੱਗ ਜਾਵੇ ਤਾਂ 4-5 ਜਣੀਆਂ ਰਲ ਕੇ ਉਸ ਨੂੰ ਚੁੱਕ ਲੈਂਦੀਆਂ ਹਨ। ਇਹਨਾਂ ਦੇ ਇਕੱਠ ਵਿੱਚ ਅਸੀਂ ਦੇਖਦੇ ਹਾਂ ਕਿ ਕੋਈ ਦਾਣੇ ਢੂੰਡਦੀ ਹੈ ਅਤੇ ਕੋਈ ਚੁੱਕ ਕੇ ਲਿਆਉਂਦੀ ਹੈ, ਪਰ ਹਰ ਕੀੜੀ ਆਪਣੇ ਤੋਂ ਅਗਲੀ ਕੀੜੀ ਤੱਕ ਉਸ ਦਾਣੇ ਨੂੰ ਪਹੁੰਚਾਈ ਜਾਂਦੀ ਹੈ। ਇੱਕ ਦੇ ਪਿੱਛੋਂ ਦੂਜੀ ਤੁਰਦੀ ਹੋਈ ਉਸ ਦੀ ਸਹਾਇਤਾ ਕਰਦੀ ਹੈ। ਇਸ ਪ੍ਰਕਾਰ ਇਹ ਮਿਲ ਕੇ ਜਥੇਬੰਦਕ ਢੰਗ ਨਾਲ ਸਾਰਾ ਕੰਮ ਕਰਦੀਆਂ ਹਨ। ਸੋ ਇਹ ਜਿਹੜੀ ਸੀ ਕਵਿਤਾ ਕੀੜੀ, ਇਸ ਦੇ ਮਾਧਿਅਮ ਨਾਲ ਕਵੀ ਨੇ ਦੱਸਿਆ ਹੈ ਕਿ ਸਾਨੂੰ ਇੱਕ ਟੀਮ ਵਰਕ ਦੇ ਵਿੱਚ ਰਹਿਣਾ ਚਾਹੀਦਾ ਹੈ। ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਜ਼ਿੰਦਗੀ ਜਿਹੜੀ ਹੈ ਉਸ ਨੂੰ ਸੌਖਾ ਕਰ ਸਕੀਏ। ਅਤੇ ਇਸ ਦੇ ਦੁਹਰਾਈ ਦੇ ਲਈ ਅਸੀਂ ਇੱਕ ਵਾਰ ਇਸ ਦੇ ਜਿਹੜੇ ਕੁਐਸਚਨਸ ਹੈ ਉਹਨਾਂ ਨੂੰ ਕਰ ਲੈਂਦੇ ਹਾਂ ਅਤੇ ਇਹਦਾ ਸਾਰ ਕੀ ਹੈ ਉਸ ਬਾਰੇ ਥੋੜ੍ਹਾ ਚਾਨਣ ਪਾਉਂਦੇ ਹਾਂ। ਕੀੜੀ ਹੌਲੀ ਹੌਲੀ ਤੁਰਦੀ ਹੋਈ ਧੁਨ ਤੇ ਧੀਰਜ ਨਾਲ ਲਗਾਤਾਰ ਕੰਮ ਕਰਨ ਵਿੱਚ ਜੁਟੀ ਰਹਿੰਦੀ ਹੈ। ਇਸ ਕਵਿਤਾ ਦੇ ਵਿੱਚ ਅਸੀਂ ਇਹੀ ਦੇਖਿਆ ਕਿ ਹਰ ਇੱਕ ਕੀੜੀ ਜਥੇਬੰਦਕ ਢੰਗ ਨਾਲ ਕੰਮ ਕਰਦੀ ਹੈ, ਯਾਨੀ ਕਿ ਟੀਮ ਵਰਕ ਕਰਦੀ ਹੈ। ਸਾਨੂੰ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਕੀੜੀਆਂ ਵਾਂਗ ਹਰ ਸਮੇਂ ਲਗਾਤਾਰ ਕੰਮ ਵਿੱਚ ਜੁਟੇ ਰਹਿਣਾ ਚਾਹੀਦਾ ਹੈ ਅਤੇ ਜਥੇਬੰਦਕ ਉੱਦਮ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ, ਕਿਉਂਕਿ ਇਕੱਲੇ ਤੁਰਦੇ ਹੋਏ ਅਸੀਂ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦੇ। ਸਾਨੂੰ ਨਾਲ ਲੈ ਕੇ ਆਪਣੇ ਨਾਲ ਦਿਆਂ ਨੂੰ ਤੁਰਨਾ ਪਏਗਾ ਤਾਂ ਕਿ ਅਸੀਂ ਆਪਣੀ ਮੰਜ਼ਿਲ ਤੱਕ ਆਸਾਨੀ ਨਾਲ ਪਹੁੰਚ ਸਕੀਏ। ਅਤੇ ਇਸ ਵਿੱਚ ਆਏ ਕੁਝ ਪ੍ਰਸ਼ਨ ਜਿਨ੍ਹਾਂ ਨੂੰ ਕਿ ਅਸੀਂ ਹੁਣ ਦੁਹਰਾ ਲੈਂਦੇ ਹਾਂ। ਕੀੜੀ ਦਾ ਲੇਖਕ ਕੌਣ ਹੈ? ਕੀੜੀ ਕਵਿਤਾ ਜਿਹੜੀ ਹੈ ਉਸ ਦਾ ਲੇਖਕ ਕੌਣ ਹੈ? ਇਸ ਕਵਿਤਾ ਦਾ ਲੇਖਕ ਗੁਰਮੁਖ ਸਿੰਘ ਮੁਸਾਫਿਰ ਹਨ। ਕੀੜੀ ਕੀ ਕਰਦੀ ਦਿਸਦੀ ਹੈ? ਕੀੜੀ ਤੁਰਦੀ ਹੋਈ ਦਿਸਦੀ ਹੈ। ਕੀੜੀ ਇੱਕ ਦੂਜੇ ਨੂੰ ਕਾਹਦੀ ਖਬਰ ਪਹੁੰਚਾਉਂਦੀ ਹਨ ਜਾਂ ਕੀੜੀ ਕਿਸ ਤਾਂਘ ਵਿੱਚ ਅੱਗੇ ਵੱਧਦੀ ਜਾਂਦੀ ਹੈ? ਕੀੜੀ ਇੱਕ ਦੂਜੇ ਨੂੰ ਖਾਣ ਦੇ ਭੋਰੇ ਦੀ ਖਬਰ ਪਹੁੰਚਾਉਂਦੀ ਹੈ ਜਾਂ ਫਿਰ ਕੀੜੀ ਜਿਹੜੀ ਹੈ ਉਹ ਖਾਣ ਦੇ ਭੋਰੇ ਦੀ ਤਾਂਘ ਵਿੱਚ ਅੱਗੇ ਵੱਧਦੀ ਜਾਂਦੀ ਹੈ। ਕੀੜੀ ਔਖੀ ਹੋ ਕੇ ਵੀ ਕੀ ਕਰਦੀ ਹੈ? ਕੀੜੀ ਔਖੀ ਹੋ ਕੇ ਵੀ ਉੱਦਮ ਕਰਦੀ ਹੈ। ਕੀੜੀ ਕਿਹੜੀ ਚੀਜ਼ ਨਹੀਂ ਛੱਡਦੀ? ਉੱਦਮ ਦੀ ਵਾਦੀ। ਕੀੜੀ ਕਾਹਦੀ ਤਿਆਰੀ ਕਰਦੀ ਹੈ? ਔਖੇ ਸਮੇਂ ਦੀ। ਧੁਨ ਦੇ ਪੱਕੇ ਅਤੇ ਧੀਰਜ ਵਾਲੇ ਕੀ ਨਹੀਂ ਕਰਦੇ? ਧੁਨ ਦੇ ਪੱਕੇ ਅਤੇ ਧੀਰਜ ਵਾਲੇ ਕਾਹਲੇ ਨਹੀਂ ਪੈਂਦੇ।
ਕਿਹੜਾ ਪਾਣੀ ਛੜਾਂਦ ਮਾਰਦਾ ਹੈ, ਖੜਿਆ ਹੋਇਆ ਪਾਣੀ ਛੜਾਂਦ ਮਾਰਦਾ ਹੈ। ਰੁਕਣਾ ਕਾਹਦੀ ਨਿਸ਼ਾਨੀ ਹੈ? ਮੌਤ ਦੀ। ਭਾਰੇ ਦਾਣੇ ਨੂੰ ਕੀੜੀਆਂ ਕਿਸ ਤਰ੍ਹਾਂ ਚੁੱਕਦੀਆਂ ਹਨ? ਰਲ ਕੇ। ਕਿਹੜੀ ਕਵਿਤਾ ਰਲ ਕੇ ਜਥੇਬੰਦੀ ਬਣਾ ਕੇ ਕੰਮ ਕਰਨ ਦੀ ਸਿੱਖਿਆ ਦਿੰਦੀ ਹੈ? ਕੀੜੀ। ਤਾਂ ਆਓ ਬੱਚਿਓ, ਹੁਣ ਆਪਾਂ ਕਰਦੇ ਹਾਂ ਗੁਰਮੁਖ ਸਿੱਖ ਮੁਸਾਫਿਰ ਜੀ ਦੁਆਰਾ ਲਿਖੀ ਹੋਈ ਦੂਜੀ ਕਵਿਤਾ ਅਰਦਾਸ। ਬੱਚੋ, ਇਸ ਕਵਿਤਾ ਦੇ ਵਿੱਚ ਕਵੀ ਕਹਿਣਾ ਚਾਹੁੰਦੇ ਹਨ ਕਿ ਜਿਹੜੀ ਦੇਸ਼ ਭਗਤੀ ਹੈ ਉਸ ਤੋਂ ਉੱਚਾ ਜਿਹੜਾ ਜਜ਼ਬਾ ਹੈ ਕੋਈ ਨਹੀਂ ਹੋ ਸਕਦਾ, ਅਤੇ ਦੇਸ਼ ਦੀ ਇੱਜ਼ਤ ਤੋਂ ਪਿਆਰੀ ਕੁਝ ਹੋਰ ਚੀਜ਼ ਨਹੀਂ ਹੋ ਸਕਦੀ। ਇਸ ਲਈ ਉਹ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਸਨੇ ਉਸਨੂੰ ਜੋ ਵੀ ਬਖਸ਼ਿਸ਼ ਦੇ ਵਿੱਚ ਦਿੱਤਾ ਹੋਇਆ, ਜੋ ਵੀ ਬਖਸ਼ਿਆ ਹੋਇਆ ਹੈ, ਉਹ ਸਭ ਕੁਝ ਉਸ ਤੋਂ ਲੈ ਲਵੇ, ਲੇਕਿਨ ਉਹ ਉਸ ਨੂੰ ਜਿਹੜੀ ਦੇਸ਼ ਭਗਤੀ ਹੈ ਉਸ ਦਾ ਜਜ਼ਬਾ ਜਿਹੜਾ ਹੈ ਉਹ ਉਸ ਨੂੰ ਦੇ ਹੀ ਰੱਖੇ, ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਉੱਤੇ ਮਾਣ ਕਰ ਸਕੇ। ਖਸ ਲੈ ਤੇਰਾ ਹੀ ਸਾਮਾਨ ਬੇਸ਼ੱਕ ਖਸ ਲੈ। ਖਸ ਮੀਨਸ ਹੁੰਦਾ ਹੈ ਖੋਹ ਲੈਣਾ। ਸਿੰਚ ਕੇ ਲਹੂ ਜ਼ਿਕਰ ਦਾ ਪਾਲਿਆ ਮੈਂ ਪੋਸਿਆ, ਦਿਲ ਸੀ ਮੇਰੇ ਵਿੱਚ ਲੁਕਿਆ ਅਰਮਾਨ ਬੇਸ਼ੱਕ ਖਸ ਲੈ। ਕਵੀ ਕਹਿੰਦਾ ਹੈ ਕਿ ਹੇ ਪ੍ਰਭੂ, ਜਿੰਨਾ ਸਮਾਨ ਮੇਰੇ ਕੋਲ ਹੈ ਉਹ ਸਭ ਤੇਰਾ ਹੀ ਦਿੱਤਾ ਹੋਇਆ ਹੈ, ਤੂੰ ਬੇਸ਼ੱਕ ਉਹ ਸਾਰਾ ਕੁਝ ਖੋਹ ਲੈ। ਮੈਨੂੰ ਇੱਧਰੋਂ ਉੱਧਰੋਂ ਜੋ ਸਨਮਾਨ ਮਿਲਦਾ ਹੈ ਉਹ ਵੀ ਤੇਰਾ ਹੀ ਦਿੱਤਾ ਹੋਇਆ ਹੈ, ਤੂੰ ਬੇਸ਼ੱਕ ਇਸ ਨੂੰ ਵੀ ਖੋਹ ਲੈ। ਮੈਂ ਆਪਣੇ ਜਿਗਰ ਦੇ ਲਹੂ ਨਾਲ ਸਿੰਜ ਕੇ ਆਪਣੇ ਦਿਲ ਵਿੱਚ ਜਿਹੜਾ ਚਾਹ ਪਾਲਿਆ ਹੈ, ਸਿੰਜ ਕੇ ਲਹੂ ਜਿਗਰ ਦਾ ਪਾਲਿਆ ਮੈਂ ਪੋਸਿਆ, ਦਿਲ ਮੇਰੇ ਵਿੱਚ ਲੁਕਿਆ ਅਰਮਾਨ ਬੇਸ਼ੱਕ ਖਸ ਲੈ। ਵੀ ਜਿਹੜਾ ਮੈਂ ਆਪਣੇ ਜਿਗਰ ਦੇ ਲਹੂ ਨਾਲ ਸਿੰਜ ਕੇ ਦਿਲ ਵਿੱਚ ਜਿਹੜਾ ਚਾਹ ਪਾਲਿਆ ਹੈ, ਤੂੰ ਬੇਸ਼ੱਕ ਉਸ ਲੁਕੇ ਹੋਏ ਚਾਹ ਨੂੰ ਵੀ ਖੋਹ ਲੈ। ਹੇ ਮਾਲਕ, ਤੇਰਾ ਇਹ ਸੰਸਾਰ ਸਵਰਗ ਤੋਂ ਘੱਟ ਨਹੀਂ। ਮਾਲਿਕਾ, ਸੰਸਾਰ ਤੇਰਾ ਸਵਰਗ ਨਾਲੋਂ ਘੱਟ ਨਹੀਂ। ਮੌਜਾਂ ਸੁਆਦਾਂ ਐਸ਼ ਦੀ ਇਹ ਖਾਨ ਹੈ ਬੇਸ਼ੱਕ ਖਸ ਲੈ। ਅੱਗੋਂ ਕਵੀ ਕਹਿੰਦਾ ਹੈ ਕਿ ਹੇ ਮਾਲਕ, ਇਹ ਸੰਸਾਰ ਸਵਰਗ ਤੋਂ ਘੱਟ ਨਹੀਂ, ਇਹ ਮੌਜਾਂ ਸੁਆਦਾਂ ਤੇ ਐਸ਼ਾਂ ਦੀ ਖਾਨ ਹੈ, ਤੂੰ ਬੇਸ਼ੱਕ ਇਹ ਵੀ ਖੋਹ ਲੈ। ਜਾਣਨਾ ਮੈਂ ਜਨਮ ਇਹ ਉੱਤਮ 84 ਲੱਖ ਤੋਂ, ਬਖਸ਼ਿਆ ਜਾਮਾ ਤੇਰਾ ਇਨਸਾਨ ਬੇਸ਼ੱਕ ਖਸ ਲੈ। ਮੈਂ ਇਹ ਵੀ ਜਾਣਦਾ ਹਾਂ ਕਿ ਮੇਰਾ ਇਹ ਮਨੁੱਖੀ ਜਨਮ 84 ਲੱਖ ਜੂਨਾਂ ਵਿੱਚ ਸਭ ਤੋਂ ਉੱਤਮ ਹੈ, ਪਰੰਤੂ ਇਹ ਇਨਸਾਨੀ ਰੂਪ ਤੋਂ ਬਖਸ਼ਿਆ ਹੈ, ਤੂੰ ਬੇਸ਼ੱਕ ਮੇਰੇ ਕੋਲੋਂ ਇਹ ਰੂਪ ਵੀ ਖੋਹ ਲੈ। ਮਾਨ ਹੈ ਮੈਨੂੰ ਮੇਰੇ ਜਾਦੂ ਬਿਆਨੀ ਤੇ ਬੜਾ, ਬੇਅਸਰ ਕਰਕੇ ਬੇਸ਼ੱਕ ਇਹ ਮਾਨ ਬੇਸ਼ੱਕ ਖਸ ਲੈ। ਅੱਗੋਂ ਕਵੀ ਕਹਿੰਦਾ ਹੈ ਕਿ ਹੇ ਪ੍ਰਭੂ, ਮੈਨੂੰ ਆਪਣੀ ਜਾਦੂ ਵਰਗਾ ਅਸਰ ਕਰਨ ਵਾਲੀ ਭਾਸ਼ਣਕਾਰੀ ਜਿਹੜੀ ਮੇਰੇ ਵਿੱਚ ਕਲਾ ਹੈ ਉਸ ਉੱਪਰ ਬੜਾ ਮਾਣ ਹੈ, ਬੇਸ਼ੱਕ ਤੂੰ ਇਸ ਨੂੰ ਬੇਅਸਰ ਕਰਕੇ ਮੇਰਾ ਸਾਰਾ ਮਾਣ ਖੋਹ ਲੈ। ਹੁਜਤਾਂ ਦਲੀਲਾਂ ਫਲਸਫੇ ਮਰਜਾਂ ਦਿਮਾਗੀ ਲੱਗੀਆਂ, ਉਲਟ ਛੱਡ ਇਹ ਖੋਪਰੇ ਸਭ ਗਿਆਨ ਬੇਸ਼ੱਕ ਖਸ ਲੈ। ਮੇਰੇ ਦਿਮਾਗ ਨੂੰ ਸ਼ੰਕਾ ਕਰਨ, ਹੁਜਤਾਂ ਮੀਨ ਸ਼ੰਕਾ ਕਰਨਾ, ਦਲੀਲਬਾਜ਼ੀ ਕਰਨ ਤੇ ਫਿਲਾਸਫੀ ਝਾੜਨ ਦੀਆਂ ਜੋ ਬਿਮਾਰੀਆਂ ਲੱਗੀਆਂ ਹਨ, ਬੇਸ਼ੱਕ ਤੂੰ ਮੇਰੇ ਦਿਮਾਗ ਨੂੰ ਪਾਗਲ ਬਣਾ ਕੇ ਮੇਰੇ ਕੋਲੋਂ ਇਹ ਸਾਰਾ ਗਿਆਨ ਖੋਹ ਲੈ। ਮੋਹ ਦੀਆਂ ਕੜੀਆਂ ਦੇ ਵਿੱਚ ਲੰਮੀ ਉਮਰ ਇੱਕ ਕੈਦ ਹੈ, ਖਸ ਲੈ ਮੇਰੀ ਜਵਾਨੀ ਪ੍ਰਾਣ ਬੇਸ਼ੱਕ ਖਸ ਲੈ। ਮੈਂ ਸਮਝਦਾ ਹਾਂ ਕਿ ਸੰਸਾਰਿਕ ਪਦਾਰਥਾਂ ਦੇ ਮੋਹ ਵਿੱਚ ਫਸ ਕੇ ਲੰਮੀ ਉਮਰ ਗੁਜ਼ਾਰਨੀ ਕੈਦ ਸਮਾਨ ਹੈ। ਹੇ ਪ੍ਰਭੂ, ਬੇਸ਼ੱਕ ਤੂੰ ਮੇਰੀ ਜ਼ਮਾਨੀ ਅਤੇ ਪ੍ਰਾਣ ਮੇਰੇ ਕੋਲੋਂ ਖੋਹ ਲੈ। ਇੱਕ ਬਖਸ਼ ਦੇ, ਸਿਰਫ ਇੱਕ ਦੌਲਤ ਵਤਨ ਦੇ ਪਿਆਰ ਦੇ, ਫਿਰ ਬੇਸ਼ੱਕ ਮਰਜ਼ੀ ਤੇਰੇ ਜਿੰਦ ਜਾਨ ਬੇਸ਼ੱਕ ਖਸ ਲੈ। ਅੱਗੋਂ ਕਵੀ ਕਹਿੰਦੇ ਹਨ ਕਿ ਮੈਨੂੰ ਇਹ ਸਾਰੇ ਕੁਝ ਦੇ ਹੁਸਨ ਵਿਰੁੱਧ ਕੋਈ ਸ਼ਿਕਾਇਤ ਨਹੀਂ ਹੋਏਗੀ, ਪਰੰਤੂ ਤੂੰ ਮੈਨੂੰ ਇੱਕ ਦੇਸ਼ ਪਿਆਰ ਦੀ ਦੌਲਤ ਜ਼ਰੂਰ ਬਖਸ਼, ਅਤੇ ਇਹ ਬਖਸ਼ਿਸ਼ ਤੋਂ ਮਗਰੋਂ ਭਾਵੇਂ ਤੂੰ ਬੇਸ਼ੱਕ ਮੇਰੀ ਜਾਨ ਕੱਢ ਲਵੇਂ ਤਾਂ ਵੀ ਮੈਨੂੰ ਕੋਈ ਉਜ਼ਰ ਨਹੀਂ ਹੋਵੇਗੀ। ਤਾਂ ਇਹ ਸੀ ਬੱਚਿਓ
ਗੁਰਮੁਖ ਸਿੰਘ ਮੁਸਾਫਰ ਦੀ ਦੁਆਰਾ ਲਿਖੀ ਹੋਈ ਕਵਿਤਾ ਅਰਦਾਸ। ਤਾਂ ਇਸ ਦਾ ਕੇਂਦਰੀ ਭਾਵ ਕੀ ਹੋਇਆ ਕਿ ਇੱਕ ਜੋ ਦੇਸ਼ ਭਗਤ ਹੁੰਦਾ ਉਸਦੀ ਇਹੀ ਇੱਛਾ ਹੁੰਦੀ ਹੈ ਕਿ ਜਿਹੜਾ ਪਰਮਾਤਮਾ ਹੈ ਉਸ ਪਾਸੋਂ ਭਾਵੇਂ ਸਭ ਕੁਝ ਖੋ ਲਵੇ, ਉਸਦੇ ਕੋਲ ਜੋ ਸਾਮਾਨ ਹੈ, ਜੋ ਉਸਨੇ ਸਨਮਾਨ ਪ੍ਰਾਪਤ ਕੀਤਾ ਹੈ, ਜੋ ਉਸਨੂੰ ਗਿਆਨ ਹੈ, ਉਹ ਸਭ ਕੁਝ ਉਸ ਤੋਂ ਖੋ ਲਵੇ, ਪਰ ਉਸਨੂੰ ਕਿਸ ਚੀਜ਼ ਨਾਲ ਮਾਲੋ ਮਾਲ ਕਰ ਦੇਵੇ? ਦੇਸ਼ ਭਗਤੀ ਦੀ ਦੌਲਤ ਦੇ ਨਾਲ ਮਾਲੋ ਮਾਲ ਕਰ ਦੇਵੇ। ਤਾਂ ਹੁਣ ਬੱਚਿਓ ਅਸੀਂ ਕਰਦੇ ਹਾਂ ਇਸ ਦੇ ਵਿੱਚ ਆਏ ਹੋਏ ਛੋਟੇ ਵਸਤੂਨਿਸ਼ਟ ਪ੍ਰਸ਼ਨ ਉੱਤਰ। ਗੁਰਮੁਖ ਸਿੰਘ ਮੁਸਾਫਿਰ ਜੀ ਦੀ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ। ਅਰਦਾਸ। 84 ਲੱਖ ਜੂਨਾਂ ਤੋਂ ਉੱਤਮ ਕੀ ਹੈ? ਮਨੁੱਖੀ ਜੀਵਨ। ਕਵੀ ਅਨੁਸਾਰ ਮਨੁੱਖਾ ਜਨਮ ਕਿੰਨੀਆਂ ਜੂਨਾਂ ਤੋਂ ਬਾਅਦ ਮਿਲਿਆ ਹੈ? 84 ਲੱਖ ਜੂਨਾਂ ਤੋਂ ਬਾਅਦ ਮਿਲਿਆ ਹੈ। ਕਵੀ ਨੂੰ ਆਪਣੀ ਕਿਸ ਚੀਜ਼ ਉੱਤੇ ਮਾਣ ਹੈ? ਕਵੀ ਨੂੰ ਆਪਣੀ ਜਾਦੂ ਬਿਆਨੀ ਉੱਤੇ ਮਾਣ ਹੈ। ਕਵੀ ਦੇ ਦਿਮਾਗ ਨੂੰ ਕੀ ਬਿਮਾਰੀਆਂ ਹਨ? ਕਵੀ ਦੇ ਦਿਮਾਗ ਨੂੰ ਹੁਜਤਾਂ, ਦਲੀਲਾਂ ਤੇ ਫਲਸਫੇ ਦੀਆਂ ਬਿਮਾਰੀਆਂ ਹਨ। ਅਰਦਾਸ ਕਵਿਤਾ ਵਿੱਚ ਕਵੀ ਰੱਬ ਤੋਂ ਕਿਸ ਚੀਜ਼ ਦੀ ਮੰਗ ਕਰਦਾ ਹੈ? ਅਰਦਾਸ ਕਵਿਤਾ ਵਿੱਚ ਕਵੀ ਵਤਨ ਦੇ ਪਿਆਰ ਦੀ ਦੌਲਤ ਮੰਗਦਾ ਹੈ। ਤਾਂ ਇਹ ਸੀ ਬੱਚਿਓ ਗੁਰਮੁਖ ਸਿੰਘ ਮੁਸਾਫਰ ਜੀ ਦੁਆਰਾ ਲਿਖੀ ਹੋਈ ਕਵਿਤਾਵਾਂ ਕਿਹੜੀ ਅਤੇ ਅਰਦਾਸ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਪੂਰਾ ਵੀਡੀਓ ਧਿਆਨ ਨਾਲ ਸੁਣਿਆ ਹੋਵੇਗਾ ਅਤੇ ਤੁਹਾਨੂੰ ਇੱਕ ਕਵਿਤਾ ਚੰਗੀ ਤਰ੍ਹਾਂ ਸਮਝ ਵੀ ਆ ਗਈ ਹੋਏਗੀ। ਮਿਲਦੇ ਹਾਂ ਇੱਕ ਨਵੇਂ ਟੌਪਿਕ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਸਤਿ ਸ਼੍ਰੀ ਅਕਾਲ, ਰੱਬ ਰੱਖਾ।